ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਲੱਗਦਾ ਹੈ ਕਿ ਕਿਸਾਨ ਜਾਇਜ਼ ਮੰਗਾਂ ਲਈ ਬੈਠੇ ਹੈ ਕਿ ਨਜਾਇਜ਼ ਮੰਗਾਂ ਲਈ ਬੈਠੇ? ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਇਹ। ਤੁਹਾਡੇ ਸਵਾਲ ਨੂੰ ਥੋੜਾ ਜਿਹਾ ਮੈਂ ਬਦਲ ਦਿਆਂ। ਜਾਇਜ਼ ਜਾਂ ਨਜਾਇਜ਼ ਦੀ ਗੱਲ ਉਨੀ ਨਹੀਂ ਹੈ। ਬੈਠਣ ਵਾਲੇ ਬੰਦੇ ਕਿਸਾਨ ਹੈ ਕਿ ਨਹੀਂ ਹੈ, ਪਹਿਲੇ ਇਹ ਚੈੱਕ ਕਰ ਲਓ ਕਿ ਜਿਹੜਾ ਬੰਦਾ ਕਿਸਾਨਾਂ ਦੀ ਗੱਲ ਕਰੇ ਕਿਸਾਨ ਨਾ ਹੋਵੇ। ਪਹਿਲਾ ਸਵਾਲ, ਉਹ ਤਾਕਤ ਦੂਜੀ ਹੋ ਗਈ। ਦੂਸਰੀ ਗੱਲ, ਜਿਹੜੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਕਰ ਰਹੀਆਂ, ਉਹ ਕਿਸਾਨਾਂ ਦਾ ਹਿੱਤ ਕਰ ਰਹੀਆਂ ਜਾਂ ਅਹਿਤ ਕਰ ਰਹੀਆਂ, ਇਹ ਦੂਸਰੀ ਗੱਲ ਹੋ ਜਾਂਦੀ। ਤੀਸਰੀ, ਜਿਹੜੀ ਆ ਕੇ ਉੱਥੇ ਉਹਨਾਂ ਨੂੰ ਸਮਾਨ ਵੰਡ ਰਹੀ ਹੈ, ਜਿਹੜੇ ਰੋਜ਼ ਚੁਰਾਹਿਆਂ ਦੇ ਉੱਤੇ, ਉਹ ਕੌਣ ਸਮਾਨ ਵੰਡ ਰਹੀ ਹੈ, ਕੌਣ ਪੈਸੇ ਵੰਡ ਰਹੀ ਹੈ, ਇਹ ਕਿਹੜੀਆਂ ਤਾਕਤਾਂ ਨੇ? ਗੱਲ ਤਾਂ ਚੱਲ ਰਹੀ ਸੀ ਨਾ, ਬੰਦ ਕਿਹਨੇ ਕੀਤੀ ਗੱਲ? ਹੁਣ ਤੁਸੀਂ ਜਵਾਬ ਨਹੀਂ ਦਿਓਗੇ। ਕਿਸਾਨਾਂ ਦੀ ਜਥੇਬੰਦੀ ਵਾਪਸ ਗਈ, ਅਸੀਂ ਨਹੀਂ ਗੱਲ ਕਰਨੀ। ਸਰਕਾਰ ਨੇ ਇੱਕ ਵਾਰੀ ਨਹੀਂ 10 ਵਾਰੀ ਕਿਹਾ ਕਿ ਬਿੱਲ ਵਾਪਸ ਨਹੀਂ ਹੈ। ਤੁਸੀਂ ਜਿਹੜੀ ਤੁਹਾਨੂੰ ਇਹ 'ਚ ਕਮੀ ਲੱਗਦੀ ਹੈ ਉਹਦੇ ਬਾਰੇ ਦੱਸੋ। क्यों नहीं ये सवाल पूछा जाता? क्यों हमारे वहां पे एक प्रोग्राम, एक प्रेस कॉन्फ्रेंस कर रहे, ब्लड डोनेशन लगा रहे बीजेपी वाले, उत्थे आके डॉक्टरां नूं भजाता। ये केड़ा फार्मर है जी? ये केड़ा किसान है? ये कोई किसी ने पूछा कदी भी यार तू किसान है? एमएसपी की गारंटी चाहिए मैंने क्या सीगा, तेरा सवाल तो मुकना नहीं है। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ 5 ਜੂਨ ਹੈ। 5 ਜੂਨ ਦਾ ਦਿਨ, ਯਾਨੀ ਜਿਹੜੇ ਖੇਤੀਬਾੜੀ, ਜਿੱਦਾਂ ਕਿ ਤੁਹਾਨੂੰ ਪਤਾ ਹੈ 5 ਜੂਨ ਦਾ ਦਿਨ ਹੈ। 5 ਜੂਨ ਦਾ ਯਾਨੀ ਅੱਜ ਜਿਹੜੇ ਖੇਤੀਬਾੜੀ ਕਾਨੂੰਨ ਨੇ ਉਹਨਾਂ ਨੂੰ 1 ਸਾਲ ਜਿਹੜਾ ਹੋ ਚੁੱਕਿਆ ਹੈ, ਜਿਸ ਕਰਕੇ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸੰਪੂਰਨ ਕ੍ਰਾਂਤੀ ਦਿਵਸ ਜਿਹੜਾ ਹੈ ਉਹ ਮਨਾਇਆ ਜਾਏਗਾ। ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰ ਦਾ ਘਿਰਾਵ ਕੀਤਾ ਜਾਏਗਾ, ਦਫ਼ਤਰਾਂ ਦਾ ਘਿਰਾਵ ਕੀਤਾ ਜਾਏਗਾ, ਨਾਲੇ ਜਿਹੜੇ ਬਿੱਲ ਦੀ ਕਾਪੀਆਂ ਨੇ ਉਹ ਸਾੜੀਆਂ ਜਾਣਗੀਆਂ। ਚੰਡੀਗੜ੍ਹ ਦੇ ਵਿੱਚ ਵੀ ਘਿਰਾਵ ਕੀਤਾ ਗਿਆ ਬੀਜੇਪੀ ਆਗੂ ਸੰਜੇ ਟੰਡਨ ਦਾ। ਗੱਲਬਾਤ ਵੀ ਕਰ ਲੈਂਦੇ ਆ ਕਿ ਕੀ ਕੁਝ ਮਸਲਾ ਕਿੱਥੇ ਅਟਕਿਆ ਹੋਇਆ, ਕਿੱਥੇ ਗੱਲਬਾਤ ਰੁਕੀ ਹੋਈ ਹੈ। ਟੰਡਨ ਸਾਹਿਬ, ਸਭ ਤੋਂ ਪਹਿਲਾਂ 1 ਸਾਲ ਅੱਜ ਹੋ ਚੁੱਕਿਆ। ਸਭ ਤੋਂ ਪਹਿਲਾਂ ਕਿਸਾਨੀ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਲੱਗਦਾ ਹੈ ਕਿ ਕਿਸਾਨ ਜਾਇਜ਼ ਮੰਗਾਂ ਲਈ ਬੈਠੇ ਹੈ ਕਿ ਨਜਾਇਜ਼ ਮੰਗਾਂ ਲਈ ਬੈਠੇ? ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਇਹ। ਤੁਹਾਡੇ ਸਵਾਲ ਨੂੰ ਥੋੜਾ ਜਿਹਾ ਮੈਂ ਬਦਲ ਦਿਆਂ। ਜਾਇਜ਼ ਜਾਂ ਨਜਾਇਜ਼ ਦੀ ਗੱਲ ਉਨੀ ਨਹੀਂ ਹੈ। ਬੈਠਣ ਵਾਲੇ ਬੰਦੇ ਕਿਸਾਨ ਹੈ ਕਿ ਨਹੀਂ ਹੈ, ਪਹਿਲੇ ਇਹ ਚੈੱਕ ਕਰ ਲਓ। ਆਂਦੇ ਹੈ ਉਹਨਾਂ ਦਾ ਇੱਥੇ ਜਿਹੜਾ ਐਜੀਟੇਸ਼ਨ ਕਰਨ ਆਂਦੇ ਹੈ, ਕਿਸੇ ਇੱਕ ਨੂੰ ਵੀ ਪੁੱਛ ਕੇ ਦੇਖੋ, ਭਾਈ ਤੇਰੇ ਕਿੰਨੇ ਕਿੱਲੇ ਜ਼ਮੀਨ ਹੈ, ਤੂੰ ਕਿਹੜੀ ਕਿਸਾਨੀ ਕਰਨਾ, ਤੂੰ ਅੱਜ ਆਪਣੇ ਬਾਗ 'ਚ ਬੀਜਿਆ ਕੀ ਹੋਇਆ, ਉਹਨੂੰ ਇੰਨੀ ਸਮਝ ਵੀ ਨਹੀਂ ਹੋਏਗੀ। ਇਹ ਸਿਰਫ ਇੱਕ ਜਿਹੜੇ ਹੈਗੇ ਆ ਉਹ ਬੰਦਿਆਂ ਨੇ ਵਿਰੋਧ ਕਰਨ ਦਾ ਆਪਣਾ ਇੱਕ ਢੰਗ ਕੱਢਿਆ ਦਾ, ਇੱਕ ਰਾਜਨੀਤਿਕ ਢੰਗ ਦੇ ਨਾਲ ਉਹ ਹੋ ਰਿਹਾ। ਸਾਡੀ ਸਰਕਾਰ ਦੇ ਆਗੂਆਂ ਨੇ ਜਿਹੜੇ ਕਿਸਾਨਾਂ ਨਾਲ ਗੱਲ ਕਰ ਰਹੇ ਸੀਗੇ, ਉਹਨਾਂ ਨੇ ਕਲੀਅਰਲੀ ਕਿਹਾ ਕਿ ਭਾਈ ਆਪਾਂ 2 ਸਾਲ ਲਈ ਗੱਲ ਨੂੰ ਰੋਕ ਦਿੰਦੇ ਆ, ਬਿੱਲਾਂ ਨੂੰ। ਤੁਸੀਂ ਦੱਸੋ ਇਹਦੇ 'ਚ ਕੀ ਕਮੀਆਂ ਹੈਗੀਆਂ, ਜਿੱਥੇ ਤੁਹਾਨੂੰ ਪ੍ਰੋਬਲਮ ਆਉਂਦੀ ਅਸੀਂ ਉਹਦਾ ਪ੍ਰੋਬਲਮ ਦਾ ਹੱਲ ਕੱਢਦੇ ਹਾਂ। ਲੇਕਿਨ ਇੱਥੇ ਕੁਝ ਐਸੀਆਂ ਤਾਕਤਾਂ ਵਿੱਚ ਘੁਸ ਗਈਆਂ ਜਿਹੜਾ ਕਿਸੇ ਵੀ ਢੰਗ ਦੇ ਨਾਲ ਗੱਲ ਨੂੰ ਉਹਦਾ ਨੇਪਰੇ ਚੜ੍ਹਨਾ ਦੇਣਾ ਨਹੀਂ ਚਾਹੁੰਦੀਆਂ। ਕਿਹੜੀਆਂ ਤਾਕਤਾਂ ਨੇ? ਇਹ ਤਾਕਤਾਂ ਦਾ ਤੇ ਤੁਹਾਨੂੰ ਨਿਵਾਰਨ ਕਰਨਾ ਚਾਹੀਦਾ ਨਾ। ਕਿਹੜੀਆਂ ਤਾਕਤਾਂ ਨੇ ਦੱਸੋਗੇ, ਨਿਵਾਰਨ ਵੀ ਕਰਾਂਗੇ। ਜਿਹੜਾ ਤੁਸੀਂ ਦੇਖਦੇ ਹੋ, ਜਿਸਲੇ ਉਹ ਬੰਦਿਆਂ ਨਾਲ ਗੱਲ ਕਰੋਗੇ ਤੁਹਾਨੂੰ ਉਹਨਾਂ ਦੇ ਵਿੱਚੋਂ ਹੀ ਪਤਾ ਲੱਗ ਜਾਏਗਾ ਨਾ ਕਿ ਕਿਹੜੀਆਂ ਤਾਕਤਾਂ ਵਿੱਚ ਆਈਆਂ। ਜਿਹੜਾ ਬੰਦਾ ਪਤਾ, ਤੁਸੀਂ ਕਹੇ ਤਾਕਤਾਂ, ਥੋੜਾ ਦੱਸ ਦਿਓ ਨਾ ਕਿਹੜੀਆਂ ਤਾਕਤਾਂ ਨੇ। ਉਹੀ ਦੱਸ ਰਿਹਾ ਕਿ ਜਿਹੜਾ ਬੰਦਾ ਕਿਸਾਨਾਂ ਦੀ ਗੱਲ ਕਰੇ ਕਿਸਾਨ ਨਾ ਹੋਵੇ। ਪਹਿਲਾ ਸਵਾਲ, ਉਹ ਤਾਕਤ ਦੂਜੀ ਹੋ ਗਈ। ਦੂਸਰੀ ਗੱਲ, ਜਿਹੜੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਸਪੋਰਟ ਕਰ ਰਹੀਆਂ, ਉਹ ਕਿਸਾਨਾਂ ਦਾ ਹਿੱਤ ਕਰ ਰਹੀਆਂ ਜਾਂ ਅਹਿਤ ਕਰ ਰਹੀਆਂ, ਇਹ ਦੂਸਰੀ ਗੱਲ ਹੋ ਜਾਂਦੀ। ਤੀਸਰੀ, ਜਿਹੜੀ ਆ ਕੇ ਉੱਥੇ ਉਹਨਾਂ ਨੂੰ ਸਮਾਨ ਵੰਡ ਰਹੀ ਹੈ, ਜਿਹੜੇ ਰੋਜ਼ ਚੁਰਾਹਿਆਂ ਦੇ ਉੱਤੇ, ਉਹ ਕੌਣ ਸਮਾਨ ਵੰਡ ਰਹੀ ਹੈ, ਕੌਣ ਪੈਸੇ ਵੰਡ ਰਹੀ ਹੈ, ਇਹ ਕਿਹੜੀਆਂ ਤਾਕਤਾਂ ਨੇ? ਆਫਟਰ ਆਲ ਜਿਹੜੇ ਇਸ਼ੂ ਦੇ ਉੱਤੇ ਬੈਠ ਕੇ 4 ਨੇਤਾ ਗੱਲ ਨੂੰ ਨਿਵਾਰਨ ਕਰਨ ਲਈ ਬੈਠੇ, ਉਹ ਉੱਠੇ
ਤੇ ਉਹਨਾਂ ਨੇ ਕਿਹਾ ਅੱਛਾ 1.5 ਸਾਲ ਨਹੀਂ ਜੀ, ਤੁਸੀਂ 2 ਸਾਲ ਕਰ ਦਿਓ, ਗੱਲ ਨਿਪਟ ਜਾਊ। ਉਹ ਇਹ ਮੰਨ ਕੇ ਗਏ ਕਿ ਸ਼ਾਮੀ ਆਏ, ਅਸੀਂ ਲੈ ਕੇ ਆਨੇ ਆ। ਉਹ ਸ਼ਾਮੀ ਜਾ ਕੇ ਕਿਹੜੀ ਤਾਕਤ ਨਾਲ ਗੱਲ ਹੋਈ ਕਿ ਜਿਹੜੀ ਉਹ ਤਾਕਤ ਪਿੱਛੇ ਖਿੱਚ ਗਈ। ਤਾਂ ਮੈਂ ਜਿਹੜੀ ਮੈਂ ਇਹ ਗੱਲ ਬੋਲ ਰਿਹਾ, ਇਹ ਸੁਣਨ ਵਾਲਾ ਬੰਦਾ ਵੀ ਸਮਝ ਸਕਦਾ। ਉਹੀਓ ਤਾਕਤਾਂ ਜਿਹੜੀਆਂ ਕਿਸੇ ਵੇਲੇ 370 ਦਾ ਫੈਸਲਾ ਹੁੰਦਾ ਤੇ ਉਹਦੇ ਮਗਰ ਜਾ ਕੇ ਖੜੀਆਂ ਹੋ ਜਾਂਦੀਆਂ, CAA ਦਾ ਫੈਸਲਾ ਹੁੰਦਾ ਤੇ ਤਾਂ ਉਹਦੇ ਮਗਰ ਜਾ ਕੇ ਖੜੀਆਂ ਹੋ ਜਾਂਦੀਆਂ। ਸਾਰਾ ਕਿਸ ਵੱਲ ਕਰ ਰਹੇ? ਮੈਂ ਇਸ਼ਾਰਾ, ਇਹ ਜਿਹੜੀਆਂ ਫੋਰਸਿਸ ਕਿਹੜੀਆਂ ਨੇ, ਇਹ ਫੋਰਸਿਸ, ਇਹ ਪੋਲੀਟੀਕਲ ਪਾਰਟੀਆਂ ਇਹਦੇ ਵਿੱਚ ਆਪਣਾ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੀਆਂ, ਜਿਹੜਾ ਆਪਣਾ ਆਧਾਰ ਖੋ ਬੈਠੀਆਂ। ਕਿਹੜੀਆਂ ਪਾਰਟੀਆਂ? ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ ਆਧਾਰ ਖੋਇਆ, ਉਹ ਆਧਾਰ ਖੋਣ ਵਾਲੀਆਂ ਪਾਰਟੀਆਂ ਇਹ ਮਗਰ ਇਹਦੇ ਬੈਠੀਆਂ ਦੀਆਂ ਜਾ ਕੇ। ਪਰ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਹੈ, ਉਹ ਕਹਿ ਰਹੇ ਕਿ ਜਦੋਂ ਭਾਜਪਾ ਸਰਕਾਰ ਕਹਿ ਰਹੀ ਹੈ ਕਿ 20-22 ਕਮੀਆਂ ਇਹਦੇ ਵਿੱਚ ਹੈਗੀਆਂ ਨੇ, ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ, ਉਹ ਕਹਿ ਰਹੇ ਕਿ ਇਹ ਬਿੱਲ ਰਹਿਣ ਦਿਓ, ਸੌਦਾ ਜਿੰਨੀਆਂ ਮਰਜ਼ੀ ਕਰਾ ਲਓ, ਮੰਨਦੇ ਕਿ ਕਮੀ ਹੈਗੀ ਹੈ, 20-22 ਕਮੀਆਂ ਗਿਣਾ ਰਿਹਾ, ਤਾਂ ਸਟੇ ਕਰਨ ਤੇ ਮਜਬੂਰ ਭਾਜਪਾ ਸਰਕਾਰ ਹੋਈ ਹੈ। ਪਰ ਹੁਣ ਵੀ ਅਗਰ ਗੱਲ ਕੀਤੀ ਜਾਏ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੜ ਤੋਂ ਚਿੱਠੀ ਲਿਖੀ ਗਈ ਹੈ, ਤੇ ਮੁੜ ਤੋਂ ਕਿਉਂ ਨਹੀਂ ਜਵਾਬ ਆਇਆ ਪ੍ਰਧਾਨ ਮੰਤਰੀ ਦਾ? ਦੇਖਦੇ ਹੋ ਕਿ ਤਾਂ ਕਰਕੇ ਵੀ ਕਾਫੀ ਰੋਸ਼ ਵੱਧ ਰਿਹਾ ਕਿਸਾਨਾਂ ਦੇ ਵਿੱਚ, ਤਾਂ ਕਾਪੀਆਂ ਸਾੜੀਆਂ ਜਾ ਰਹੀਆਂ। ਤੁਹਾਨੂੰ ਨਹੀਂ ਲੱਗਦਾ ਕਿ ਮੁੜ ਤੋਂ ਗੱਲਬਾਤ ਕਰਨੀ ਚਾਹੀਦੀ ਸੀ? ਜਿਹੜੇ ਕਿਸਾਨ ਬੈਠੇ ਨੇ ਯੂਪੀ ਦੇ ਬਾਰਡਰਾਂ ਤੇ ਬੈਠੇ ਨੇ, ਹਰਿਆਣੇ ਦੇ ਬਾਰਡਰਾਂ ਤੇ ਬੈਠੇ ਨੇ, ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਲੱਗਦਾ ਨਹੀਂ ਕਿ ਇੱਕ ਤਰਫ ਕਰੋਨਾ, ਦੂਜੀ ਤਰਫ ਕਾਨੂੰਨ ਨੇ, ਲੱਗਦਾ ਨਹੀਂ ਕਿ ਕਾਨੂੰਨਾਂ ਤੋਂ ਵੱਧ ਕਰੋਨਾ ਹੈ? ਦੇਖੋ, ਗੱਲ ਨੂੰ ਪੇਸ਼ ਕਰਨ ਦਾ ਢੰਗ ਬਦਲ ਜਾਂਦਾ। ਕਹਿੰਦੇ ਜੀ ਬੈਠ ਕੇ ਗੱਲ ਕਰੋ, ਗੱਲਬਾਤ ਬੰਦ ਕਿੰਨੇ ਕੀਤੀ? ਸਰਕਾਰ ਨੇ ਕੀਤੀ ਕਿ ਕਿਸਾਨ ਜਥੇਬੰਦੀਆਂ ਨੇ? ਕਿਸਾਨਾਂ ਨੇ ਚਿੱਠੀ ਵੀ ਇੱਕ ਸੈਕਿੰਡ ਕਿੰਨੇ ਬੰਦ ਕੀਤੀ? ਗੱਲ ਤਾਂ ਚੱਲ ਰਹੀ ਸੀ ਨਾ, ਬੰਦ ਕਿੰਨੇ ਕੀਤੀ ਗੱਲ? ਹੁਣ ਤੁਸੀਂ ਜਵਾਬ ਨਹੀਂ ਦਿਓਗੇ। ਕਿਸਾਨਾਂ ਦੀ ਜਥੇਬੰਦੀ ਵਾਪਸ ਗਈ, ਅਸੀਂ ਨਹੀਂ ਗੱਲ ਕਰਨੀ। ਸਰਕਾਰ ਨੇ ਇੱਕ ਵਾਰੀ ਨਹੀਂ 10 ਵਾਰੀ ਕਿਹਾ ਕਿ ਬਿੱਲ ਵਾਪਸ ਨਹੀਂ ਹੈ। ਤੁਸੀਂ ਜਿਹੜੀ ਤੁਹਾਨੂੰ ਇਹ 'ਚ ਕਮੀ ਲੱਗਦੀ ਹੈ ਉਹਦੇ ਬਾਰੇ ਦੱਸੋ। ਤੁਸੀਂ ਵੀ ਉਹੀਓ ਗੱਲ ਕਹਿ ਰਹੇ ਹੋ। ਉਹ ਕਹਿ ਰਹੇ ਜਦੋਂ ਕਮੀਆਂ ਹੀ ਇੰਨੀਆਂ ਨੇ ਤਾਂ ਫਿਰ ਬਿੱਲ ਕਿਉਂ ਚਾਹੀਦੇ? ਬੇਸ ਕਹਿ ਰਹੇ ਜਦੋਂ ਬੇਸ ਹੀ ਸਹੀ ਨਹੀਂ ਆ ਉਹਦਾ ਤਾਂ ਫਿਰ ਉਹ ਕੀ ਕਰਨਾ? ਜਾਂ ਤੇ ਫਿਰ ਇੱਕ ਚੀਜ਼ ਦੀ ਉਹਦੇ ਉੱਤੇ ਕੱਢ ਲਈਏ, ਉਹਦੇ ਵਿੱਚ ਉਹਦੀਆਂ 250 ਉਹਦੀਆਂ ਕਲੌਜ਼ਸ ਹੈ, 250 ਕਲੌਜ਼ਸ ਚੋਂ ਤੁਸੀਂ ਕਹਿੰਦੇ ਹੋ ਅੱਛਾ ਜੀ 22 ਕਮੀਆਂ, ਕਿੰਨੇ % ਕਮੀਆਂ ਹੋਈਆਂ ਜੀ? 10% ਕਮੀਆਂ ਹੋ ਗਈਆਂ। 10% ਤੁਹਾਡੀ ਬਿਲਡਿੰਗ ਦੇ ਵਿੱਚ ਕਿੰਨਾ ਕਮੀ ਹੋਏ ਤਾਂ ਕਿਆ ਬਿਲਡਿੰਗ ਢਾ ਦਿਓਗੇ ਕਿ 10% ਨੂੰ ਠੀਕ ਕਰੋਗੇ? ਇਹ ਸਰਕਾਰਾਂ ਕਿਵੇਂ ਚੱਲਦੀਆਂ? ਪਾਰਲੀਮੈਂਟ ਕਿਵੇਂ ਚੱਲਦੀ ਹੈ? ਪਾਰਲੀਮੈਂਟ 'ਚ ਸਾਰੇ ਚੁਣੇ ਹੋਏ ਬੰਦੇ, ਉੱਥੇ ਤੇ ਮਾਂ ਪੁੱਤਰ ਦੋਨੋਂ ਭੱਜ ਗਏ, ਡਿਸਕਸ਼ਨ ਨਹੀਂ ਕਰਦੇ। ਅੱਜ ਉਹ ਕਹਿੰਦੇ ਨੇ ਜੀ ਪਿੱਛੋਂ ਬੈਠ ਕੇ ਉੱਥੋਂ ਚਾਬੀ ਲਾਈ ਜਾਓਗੇ। ਹੁਣ ਜੇ ਤਾਂ ਵੀ ਤੁਹਾਨੂੰ ਤਾਕਤਾਂ ਨਾ ਸਮਝ ਆਉਣ ਤੇ ਦੱਸੋ, ਇਸ ਤੋਂ ਜ਼ਿਆਦਾ ਤੇ ਮੈਂ ਬੋਲ ਵੀ ਨਹੀਂ ਸਕਦਾ। ਕੀ ਲੱਗਦਾ ਕਿ ਕਿਹੜਾ ਸਮਾਨ ਵੰਡਿਆ ਜਾ ਰਿਹਾ? ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਜਿਹੜੇ ਚੰਡੀਗੜ੍ਹ ਦੀ ਗੱਲ ਕਰ ਲਈਏ, ਕਿਹੜਾ ਸਮਾਨ ਵੰਡਿਆ ਜਾ ਰਿਹਾ? ਤੁਸੀਂ ਕਹਿ ਰਹੇ ਤਾਕਤ ਇੱਥੇ ਆਏ, ਤੁਸੀਂ ਉਹਨਾਂ ਨਾਲ ਗੱਲ ਕੀਤੀ ਹੋਣੀ। ਅੱਛਾ, ਉਹਨਾਂ ਨੂੰ ਪੁੱਛੋ ਭਾਜੀ ਤੁਹਾਡੀ ਕਿਸਾਨੀ ਦੇ ਉੱਤੇ ਕੀ ਪ੍ਰੋਬਲਮ ਆਈ? 23,000 ਕਰੋੜ ਰੁਪਏ ਦਾ ਸਮਾਨ ਖਰੀਦਿਆ ਗਿਆ, ਸਿੱਧਾ ਕਿਸਾਨਾਂ ਦੇ ਖਾਤੇ 'ਚ ਪੈਸੇ ਗਏ। ਖਾਤੇ 'ਚ ਪੈਸੇ ਗਏ, ਬੜੇ ਖੁਸ਼ ਹੈ ਸਾਰੇ, ਜਿੰਨੇ ਬੜੇ ਖੁਸ਼ ਹੈ। ਜਿਹੜੇ ਵਿੱਚੋਂ ਜਿਹੜੀ ਪਰਸੈਂਟੇਜ ਜਿਹੜੇ ਦੂਸਰੇ ਲਿਜਾਂਦੇ ਸੀਗੇ, ਵਿੱਚੋਂ ਕੱਢ ਕੇ ਕਿਸਾਨ ਦਾ ਘਟ ਜਾਂਦਾ ਸੀਗਾ, ਅੱਜ ਸਿੱਧਾ ਪੈਸਾ ਪੂਰਾ ਉਹਨਾਂ ਦੇ ਖਾਤੇ 'ਚ ਜਾ ਰਿਹਾ। ਉਹ ਜਿਹੜੇ ਖੁਸ਼ ਬੰਦੇ ਆ ਉਹਨਾਂ ਦੀ ਵੀ ਤੁਸੀਂ ਜਾ ਕੇ ਜਰਾ ਨਾ ਥੋੜੀ ਇੰਟਰਵਿਊ ਲਵੋ। ਜਿਹਦੇ ਖਾਤੇ 'ਚ ਪੈਸੇ ਆ ਗਏ, ਤੁਸੀਂ ਮੈਨੂੰ ਦੱਸੋ, ਤੁਸੀਂ ਮਾਲ ਲੈ ਕੇ ਮੰਡੀ ਜਾਂਦੇ ਹੋ, ਕਿੰਨੀ ਦੇਰ ਬਾਅਦ ਪੈਸੇ ਮਿਲਦੇ ਸੀ? ਕਿਸਾਨ ਨੂੰ ਪੁੱਛਣਾ ਕਦੀ। ਜਿਹੜੀ ਚੀਜ਼ ਚੰਗੀ ਹੋਈ ਉਹਦੇ ਬਾਰੇ ਵੀ ਦੱਸਣ। ਜਿਹੜਾ ਸਾਡੇ ਉਹ MLA ਦੇ ਸਾਰੇ ਕੱਪੜੇ ਫਾੜ ਦਿੱਤੇ, ਉਹਨੂੰ ਬਾਜ਼ਾਰ 'ਚ ਖੜੇ ਨੂੰ ਉਹਦੇ ਕੱਪੜੇ ਫਾੜ ਛੱਡੇ, ਉਹ ਕੀ ਠੀਕ ਤਰੀਕਾ ਹੈ? ਕਿਹੜੇ ਬੰਦੇ ਦੇ ਖਿਲਾਫ FIR ਕਰ ਦਿੱਤੀ ਸਰਕਾਰ ਨੇ? ਕਿਹੜੇ ਬੰਦੇ ਨੂੰ ਫੜ ਕੇ ਅੰਦਰ ਕਰ ਦਿੱਤਾ? ਕੋਈ ਆਗੂ ਏਦਾਂ ਦੇ ਵੀ ਨੇ ਭਾਜਪਾ ਦੇ, ਕਹਿ ਰਹੇ ਨੇ ਕਿ ਕਿਸਾਨਾਂ ਨੇ ਘਰ ਵੀ ਮਰਨਾ ਦੀ, ਬਾਰਡਰ ਤੇ ਜਾ ਕੇ ਮਰ ਰਹੇ, ਤਾਂ ਕੀ ਹੋ ਗਿਆ? ਪਰ ਇਹਨੂੰ ਸਮਝਦੇ ਹੋ ਕਿ ਇਹ ਬਿਆਨਬਾਜ਼ੀ ਗੱਲ? ਨਹੀਂ ਦੇਖੋ, ਕੋਈ ਤੁਹਾਨੂੰ ਭਾਜਪਾ ਦੇ ਆਗੂ ਇਹ ਵੀ ਕਹਿੰਦੇ ਕਿਹੜੇ ਕਿਸਾਨ 3-4 ਹਜ਼ਾਰ 5,000 ਕਿਸਾਨ ਬੈਠੇ ਨੇ, ਉਹ ਕਿਸਾਨ ਹੀ ਹੈ ਨਹੀਂ। ਜੇ ਕੋਈ ਗਾਲ ਕੱਢੇ ਤੇ ਦੂਜਾ ਮਰਡਰ ਕਰ ਦੇ ਹੈ ਤੇ ਤੁਸੀਂ ਦੋਨੋਂ ਕਹੋ ਜੀ ਉਹਨੇ ਗਾਲ ਕਿਉਂ ਕੱਢੀ ਸੀ?
ਇਹ ਗੱਲ ਜਿਹੜੀ ਹੈ ਨਾ ਇਹ ਬਰਾਬਰ ਇਹ ਨਾ ਸਾਹਿਬ ਕਿਸਾਨਾਂ ਨੇ ਵੀ ਤਾਂ ਚਿੱਠੀ ਲਿਖੀ ਹੈ ਨਾ, ਅਰੇ ਕੁਝ ਬਾਬਾ ਸੋਚ ਮੇਰੇ ਕੇ ਕੋਲ ਲਿਖੀ। ਬਤਾਓ ਤੁਸੀਂ ਇੱਥੇ ਜਿਹੜਾ ਹੈਗਾ ਪੰਜਾਬ 'ਚ ਜਾ ਕੇ ਦੇਖੋ ਕਿੰਨੇ ਬੰਦਿਆਂ ਦਾ ਜਿਹੜਾ ਹੈਗਾ ਵੇ ਸਾਡੇ ਇਹ ਜਿਹੜੇ ਹੈਗੇ ਆ ਵਰਕਰ ਹੈ ਉਹ ਪਿਛਲੇ ਜਿਹੜੇ ਹੈਗੇ ਆ 4-4 ਮਹੀਨੇ ਤੋਂ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ, ਉਹਨਾਂ ਦਾ ਪਰਿਵਾਰ ਬਾਹਰ ਨਹੀਂ ਨਿਕਲ ਪਾ ਰਿਹਾ। ਇੱਕ ਦਿਨ ਤੁਹਾਡੇ ਘਰ ਨੂੰ ਬੈਰੀਕੇਡ ਕਰਤਾ ਜਾਏ ਕਿ ਨਾ ਇੱਕ ਵਾਰੀ ਸਾਰਾ ਸੁਰਤ ਹਿਲ ਜਾਂਦੀ ਹੈ। 4-4 ਮਹੀਨੇ ਹੋ ਗਏ ਉਹਨਾਂ ਦੇ ਘਰਾਂ ਦੇ ਬਾਹਰ ਬੈਠੇ ਆ, ਕਦੀ ਉਹ ਰੋਟੀ ਖਵਾਉਣ ਜਾਂਦੇ ਉਹਨਾਂ ਨੂੰ, ਕਦੀ ਕੁਝ ਪੁੱਛਣ ਜਾਂਦੇ। ਤੁਹਾਡੇ ਘਰ ਦੇ ਬਾਹਰ ਕਿਸਾਨ ਆਏ ਸੀ, ਕੀ ਕਹਿਣਾ ਚਾਹੋਗੇ? ਮੈਂ ਤੇ ਉਹਨਾਂ Barricading ਲਾਈ। ਦਾ ਸਵਾਗਤ ਕੀਤਾ ਕਿ ਭਾਈ ਭਟਕੇ ਹੋਏ ਬੰਦੇ ਹੈਗੇ, ਉਹਨਾਂ ਨੂੰ ਸਮਝ ਨਹੀਂ ਹੈਗੀ। ਕੱਪੜੇ ਫਾੜ ਦਿੱਤੇ ਉਹਨੂੰ, ਬਾਜ਼ਾਰ 'ਚ ਖੜੇ ਨੂੰ ਉਹਦੇ ਕੱਪੜੇ ਫਾੜ ਛੱਡੇ। ਉਹ ਕੀ ਠੀਕ ਤਰੀਕਾ ਹੈ? ਕਿਹੜੇ ਬੰਦੇ ਦੇ ਖਿਲਾਫ FIR ਕਰ ਦਿੱਤੀ ਕਿ ਨਾ ਸਰਕਾਰ ਨੇ, ਕਿਹੜੇ ਬੰਦੇ ਨੂੰ ਫੜ ਕੇ ਅੰਦਰ ਕਰ ਦਿੱਤਾ? ਕੋਈ ਆਗੂ ਏਦਾਂ ਦੇ ਵੀ ਨੇ ਭਾਜਪਾ ਦੇ ਕਹਿ ਰਹੇ ਨੇ ਕਿ ਕਿਸਾਨਾਂ ਨੇ ਘਰ ਵੀ ਮਰਨਾ ਦੀ, ਬਾਰਡਰ ਤੇ ਜਾ ਕੇ ਮਰ ਰਹੇ ਤਾਂ ਕੀ ਹੋ ਗਿਆ। ਪਰ ਇਹਨੂੰ ਸਮਝਦੇ ਹੋ ਕਿ ਇਹ ਬਿਆਨਬਾਜ਼ੀ ਗੱਲ? ਨਹੀਂ ਦੇਖੋ ਕੋਈ ਤੁਹਾਨੂੰ ਭਾਜਪਾ ਦੇ ਆਗੂ ਇਹ ਵੀ ਕਹਿੰਦੇ ਕਿਹੜੇ ਕਿਸਾਨ 3-4 ਹਜ਼ਾਰ 5,000 ਕਿਸਾਨ ਬੈਠੇ ਨੇ ਉਹ ਕਿਸਾਨ ਹੀ ਹੈ ਨਹੀਂ। ਜੇ ਕੋਈ ਗਾਲ ਕੱਢੇ ਤੇ ਦੂਜਾ ਮਰਡਰ ਕਰ ਦੇ ਹੈ ਤੇ ਤੁਸੀਂ ਦੋਨੋਂ ਕਹੋ ਜੀ ਉਹਨੇ ਗਾਲ ਕਿਉਂ ਕੱਢੀ ਸੀ। ਇਹ ਗੱਲ ਜਿਹੜੀ ਹੈ ਨਾ ਇਹ ਬਰਾਬਰ ਇਹ ਨਾ ਕਿਸਾਨਾਂ ਨੇ ਵੀ ਤਾਂ ਚਿੱਠੀ ਲਿਖੀ ਹੈ ਨਾ, ਕੁਝ ਸੋਚ ਕੇ ਲਿਖੀ। ਬਤਾਓ ਤੁਸੀਂ ਇੱਥੇ ਜਿਹੜਾ ਹੈਗਾ ਪੰਜਾਬ 'ਚ ਜਾ ਕੇ ਦੇਖੋ ਕਿੰਨੇ ਬੰਦਿਆਂ ਦਾ ਜਿਹੜਾ ਹੈਗਾ ਵੇ ਸਾਡੇ ਇਹ ਜਿਹੜੇ ਹੈਗੇ ਆ ਵਰਕਰ ਹੈ ਉਹ ਪਿਛਲੇ ਜਿਹੜੇ ਹੈਗੇ ਆ 4-4 ਮਹੀਨੇ ਤੋਂ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ, ਉਹਨਾਂ ਦਾ ਪਰਿਵਾਰ ਬਾਹਰ ਨਹੀਂ ਨਿਕਲ ਪਾ ਰਿਹਾ। ਇੱਕ ਦਿਨ ਤੁਹਾਡੇ ਘਰ ਨੂੰ ਬੈਰੀਕੇਡ ਕਰਤਾ ਜਾਏ ਕਿ ਨਾ ਇੱਕ ਵਾਰੀ ਸਾਰਾ ਸੁਰਤ ਹਿਲ ਜਾਂਦੀ ਹੈ। 4-4 ਮਹੀਨੇ ਹੋ ਗਏ ਉਹਨਾਂ ਦੇ ਘਰਾਂ ਦੇ ਬਾਹਰ ਬੈਠੇ ਆ, ਕਦੀ ਉਹ ਰੋਟੀ ਖਵਾਉਣ ਜਾਂਦੇ ਉਹਨਾਂ ਨੂੰ, ਕਦੀ ਕੁਝ ਪੁੱਛਣ ਜਾਂਦੇ। ਤੁਹਾਡੇ ਘਰ ਦੇ ਬਾਹਰ ਕਿਸਾਨ ਆਏ ਸੀ, ਕੀ ਕਹਿਣਾ ਚਾਹੋਗੇ? ਮੈਂ ਤੇ ਉਹਨਾਂ ਲਈ ਲੱਸੀ, ਚਾਹ, ਪਾਣੀ, ਬਿਸਕਟ ਦਾ ਪ੍ਰਬੰਧ ਕੀਤਾ। ਹਾਲੇ ਵੀ ਮੇਰਾ ਟੇਬਲ ਲੱਗਾ। ਤੁਸੀਂ ਸਵਾਗਤ ਕੀਤਾ ਉਹਨਾਂ ਦਾ? ਮੈਂ ਸਵਾਗਤ ਕੀਤਾ ਕਿ ਭਾਈ ਭਟਕੇ ਹੋਏ ਬੰਦੇ ਹੈਗੇ, ਉਹਨਾਂ ਨੂੰ ਸਮਝ ਨਹੀਂ ਹੈਗੀ। ਮੈਂ ਤੇ ਇੱਥੋਂ ਤੱਕ ਆਖਿਆ ਸੀਗਾ ਕਿ ਭਾਈ ਆਣਾ ਮੇਰੇ ਨਾਲ ਬੈਠ। ਕਹਿ ਰਹੇ ਸੀ ਪੜ੍ਹੇ ਲਿਖਿਆ, ਸਾਨੂੰ ਕੱਲੇ ਲੋਸ ਦੀ, ਕੱਲੇ ਕਲੋਜ਼ ਦੀ, ਇਸ ਬਿੱਲਾਂ ਦੀ ਕਾਫੀ ਸਮਝ ਹੈਗੀ ਆ। ਸਮਝ ਹੁੰਦੀ ਤੇ ਇੱਥੇ ਖੜੇ ਨਾ ਹੁੰਦੇ ਨਾ, ਸਮਝ ਹੁੰਦੀ ਤੇ ਜਾ ਕੇ ਗੱਲ ਕਰਦੇ। ਉਹ ਕਹਿੰਦੇ ਆਓ ਗੱਲ ਕਰੋ। ਸਮਝ ਹੈ ਤਾਂ ਹੀ ਇੱਥੇ ਪਹੁੰਚੇ ਆ। ਕਿਹਨਾਂ ਨੂੰ? ਉਹ ਕਹਿ ਰਹੇ ਕਿ ਸਮਝ ਹੈ ਤਾਂ ਹੀ ਇੱਥੇ ਪਹੁੰਚੇ ਆ। ਸਮਝ ਵਾਲਾ ਬੰਦਾ ਬੈਠ ਕੇ ਇੰਜ ਗੱਲ ਕਰਦਾ ਜਿਵੇਂ ਤੁਸੀਂ। ਉਹਨੇ ਤਾਂ ਚਿੱਠੀ ਲਿਖੀ ਹੈ, ਫਿਰ ਮੁੜ ਤੋਂ ਪ੍ਰਧਾਨ ਮੰਤਰੀ ਨੇ ਜਾਂ ਫਿਰ ਹੋਰ ਕੋਈ ਭਾਜਪਾ ਆਗੂ ਨੇ, ਖੇਤੀਬਾੜੀ ਮੰਤਰੀ ਨੇ ਮੁੜ ਤੋਂ ਜਵਾਬ ਨਹੀਂ ਦਿੱਤਾ। ਨਹੀਂ, ਤੁਹਾਨੂੰ ਲੱਗਦਾ ਦੇਣਾ ਚਾਹੀਦਾ ਸੀ ਜਾਂ ਫਿਰ ਗੱਲਬਾਤ ਡੈਡ ਲੋਕ ਤੋਂ ਡਾਇਲੋਗ ਤੱਕ ਹੁਣ ਗੱਲ ਪਹੁੰਚਣੀ ਚਾਹੀਦੀ, ਕਿਉਂਕਿ ਕਰੋਨਾ ਵੀ ਚੱਲ ਰਿਹਾ। ਇੱਕ ਤਰਫ ਕਰੋਨਾ, ਇੱਕ ਤਰਫ ਕੋਵਿਡ, ਇੱਕ ਤਰਫ ਕਾਨੂੰਨ ਨੇ। ਤੁਸੀਂ ਅੱਧੀ ਗੱਲ ਨਹੀਂ, ਮੈਂ ਤਾਂ ਇਹ ਕਹਿ ਰਿਹਾ ਨਾ ਕਿ ਇੱਕ ਤਰਫ ਕੋਵਿਡ ਹੈ, ਦੂਜੀ ਤਰਫ ਕਾਨੂੰਨ ਨੇ, ਤੀਜੀ ਤਰਫ ਕੁਰਸੀ ਹੈ। ਕਿਤੇ ਨਾ ਕਿਤੇ ਅਗਰ ਪੰਜਾਬ ਸਿਆਸਤ ਦੀ ਗੱਲ ਕਰੀਏ ਤਾਂ ਕੁਰਸੀ ਦੀ ਲੜਾਈ ਹੋ ਰਹੀ ਹੈ। ਇੱਕ ਤਰਫ ਕੋਵਿਡ ਹੈ, ਇੱਕ ਤਰਫ ਕਿਸਾਨ ਨੇ। ਲੱਗਦਾ ਨਹੀਂ ਕਿ ਇਸ ਲੋਸ ਤੋਂ ਵੱਡਾ ਕੋਵਿਡ ਹੈ, ਜਾਨਾਂ ਜਾ ਸਕਦੀਆਂ ਨੇ ਕਾਫੀ। ਜਾਂ ਜਲਦੀ ਤੋਂ ਜਲਦੀ ਗੱਲ ਕਰ ਲਈਏ ਪ੍ਰਧਾਨ ਮੰਤਰੀ। ਤੁਹਾਡੇ ਚਿਹਰੇ ਤੇ ਹਮਦਰਦੀ ਜਿੰਨੀ ਆ ਰਹੀ ਹੈ ਨਾ, ਉਹਨੇ ਤੁਹਾਡੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਨਾਲ ਹੀ ਨਾਲ ਉਹਨੂੰ ਨਾ ਡਿਫਿਊਜ਼ ਕਰ ਦਿੰਦੀ। ਮੈਨੂੰ ਦੱਸੋ ਕਿਹੜੀ ਚੀਜ਼ ਹੈ ਜਿਹੜੇ ਸਾਰੇ ਆਗੂਆਂ ਨੇ ਕਹਿਤਾ ਕਿ ਯਾਰ ਸਰਕਾਰ ਨੇ 2 ਸਾਲ ਲਈ ਰੋਕ ਦਿੱਤਾ, ਭਾਈ ਮੰਨ ਜਾਓ। ਹੁਣ 95% ਬੰਦਿਆਂ ਨੇ ਕਹਿ ਦਿੱਤਾ ਇਹਨਾਂ ਨੂੰ ਜੀ ਮੰਨ ਜਾਓ, ਹੁਣ ਗੱਲ ਮੁੱਕ ਗਈ ਹੈਗੀ ਆ, ਹੁਣ ਉੱਠ ਕੇ ਆ ਜਾਓ। ਕੋਈ ਇਹ ਨਹੀਂ ਹੁੰਦਾ ਕਿ A ਨੇ ਠੀਕ ਕੀਤਾ ਤੇ ਹਾਂਜੀ B ਨੇ ਕਿਉਂ ਗਲਤ ਕੀਤਾ। ਆ B ਨੇ ਠੀਕ ਕੀਤਾ। ਇਹੀ ਹੈ ਮੇਰਾ। ਕਿਸਾਨ ਇੱਥੇ ਆਏ ਸੀ, ਤੁਸੀਂ ਸਵਾਗਤ ਵੀ ਕੀਤਾ, ਤੇ ਕੀ ਕਹਿਣਾ ਚਾਹੋਗੇ? ਕੀ ਮਹਿਸੂਸ ਹੋਇਆ ਤੁਹਾਨੂੰ ਕਿ ਕਿਸਾਨ ਸਹੀ ਆਏ ਸੀ ਇੱਥੇ? ਘਿਰਾਵ ਕੀਤਾ, ਸਹੀ ਕੀਤਾ, ਗਲਤ ਕੀਤਾ? ਬਸ ਆਖਰੀ ਸਵਾਲ ਮੇਰਾ। ਤੁਹਾਡਾ ਆਖਰੀ ਸਵਾਲ ਦੇ ਬਾਅਦ ਵੀ ਤੁਹਾਨੂੰ ਤਸੱਲੀ ਨਹੀਂ ਹੋਣੀ, ਕਿਉਂਕਿ ਤੁਸੀਂ ਇੱਕ ਜਿਹੜਾ ਹੈਗਾ ਨਾ ਉਹ ਕਲਰਡ ਪਿਕਚਰ ਦੇ ਨਾਲ ਸਵਾਲ ਪੁੱਛ ਰਹੇ ਹੋ। ਬੰਦੇ ਆਏ ਇੱਥੇ, ਭਾਈ ਆਏ ਕਿਉਂ? ਤੁਹਾਨੂੰ ਕਿਹਾ ਸਰਕਾਰ ਨੇ 2 ਸਾਲ ਲਈ ਕਰ ਦਿੱਤਾ, ਭਾਈ ਘਰਾਂ ਨੂੰ ਜਾਓ, ਤੁਸੀਂ ਜਾ ਕੇ ਦੇਖੋ ਇਸ ਬਿੱਲ ਦੇ ਫਾਇਦੇ ਕੀ ਹੁੰਦੇ, ਉਹ ਦੇਖੋ ਕਮੀਆਂ ਕੀ ਹੈਗੀਆਂ, ਉਹ ਦੇਖੋ, ਵਾਪਸ ਆ ਕੇ ਗੱਲ ਕਰ ਲਓ। ਉਹ ਸੇਮ 3 ਮੰਤਰੀਆਂ ਦੀ ਉਹ ਬਣੀ ਦੀ ਹੈਗੀ, ਉਹ ਤਿੰਨੋਂ ਮੰਤਰੀਆਂ ਦੇ ਨਾਲ ਗੱਲ ਕਰੋ। ਇਹ ਪੋਲਿਟਿਕਸ ਕਰੀ ਜਾਂਦੇ, ਚਿੱਠੀਆਂ ਤੁਸੀਂ ਲਿਖਣਾ, ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰੋ। ਤਿੰਨੋਂ ਜਿਹਨੇ ਗੱਲ ਕਰਨ ਨੂੰ ਤਿਆਰ ਹੈ, ਤੁਸੀਂ ਚਿੱਠੀਆਂ ਲਿਖ ਰਹੇ ਹੋ। ਉਹ ਕਹਿੰਦੇ ਹੁਣ ਘਰੋਂ ਘਰੀ ਜਾਵਾਂਗੇ, ਹੁਣ ਅਸੀਂ ਘਰ। ਮੰਤਰੀ ਨੇ ਤਾਂ कहता है फोन कॉल तो दूर है, नंबर ਦਿੱਤਾ ਨਹੀਂ ਉਹਨਾਂ ਨੇ। नहीं प्रधानमंत्री के नाम से ना नंबर नहीं पता ना, कह रहे कि फोन कॉल तो दूर। ढंग से प्रधानमंत्री को एड्रेस कर रहे हैं वो गलत है, वो ठीक तरीका नहीं है। जिस तरीके से ये लोग उनके जलालत करने की कोशिश कर रहे हैं बाजारों के अंदर, वो ठीक नहीं है। प्रधानमंत्री किसी पार्टी का नहीं होता भाई साहब, प्रधानमंत्री देश का होता है।
आपके अगर घर का जो बड़ा बुजुर्ग होए, आप बुजुर्ग की पत लाने की कोशिश करोगे, पत आप अपनी उतार रहे हो। ये ना सोचे ये लोग जो भी ये ऐसा कर रहे हैं कि उससे कोई किसी व्यक्ति का कोई नुकसान हो रहा है। ये नुकसान अपना कर रहे हैं, अपने देश का नुकसान कर रहे हैं, अपने नेताओं। आप अगर कहते हो हमें एजिटेशन करने का अधिकार है, तो क्यों बीजेपी के लोगों को पंजाब में एजिटेशन करने का अधिकार ये क्यों नहीं देती सरकार? क्यों नहीं ये सवाल पूछा जाता? क्यों हमारे वहां पे एक प्रोग्राम, एक प्रेस कॉन्फ्रेंस कर रहे, ओ ब्लड डोनेशन लगा रहे बीजेपी वाले, ਉੱਥੇ ਆ ਕੇ ਡਾਕਟਰਾਂ ਨੂੰ ਭਜਾਤਾ। ਇਹ ਕਿਹੜਾ ਫਾਰਮਰ ਹੈ ਜੀ? ਇਹ ਕਿਹੜਾ ਕਿਸਾਨ ਹੈ? ਇਹਦੇ ਚ ਕੋਈ ਕਿਸੇ ਨੇ ਪੁੱਛਿਆ ਕਦੀ ਵੀ ਯਾਰ ਤੂੰ ਕਿਸਾਨ ਹੈ? ਇਹ ਬੰਦਾ ਨਹੀਂ ਕਿਸਾਨੀ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ, ਅਸੀਂ ਵੀ ਅੰਨ ਖਾਂਦੇ, ਉਹ ਤਾਂ ਇਹ ਗੱਲ ਕਹਿੰਦੇ ਨਹੀਂ ਅੰਨ ਖਾਣਾ ਅੰਦੋਲਨ ਥੋੜੀ ਹੁੰਦਾ ਜੀ। ਇਹ ਵਾਲਾ ਕਿਹੜਾ ਅੰਦੋਲਨ ਹੁੰਦਾ? ਕਹਿੰਦੇ ਕਿ ਸਰੋਂ ਦਾ ਤੇਲ ਦੇਖ ਲਈਏ, ਉਹ ਵੀ 200 ਰੁਪਏ ਪਾਰ ਹੋ ਗਿਆ, ਕੱਲ ਨੂੰ ਕਣਕਾਂ ਵੀ ਏਦਾਂ ਹੋ ਜਾਣੀਆਂ ਨੇ। ਜੇ ਪਾਰ ਹੋ ਗਈ ਉਹਦੀ ਤੇ ਉਹਦੇ ਪੈਸੇ ਸਭ ਤੋਂ ਜ਼ਿਆਦਾ ਕਿਹਨੂੰ ਮਿਲ ਰਹੇ? ਇਹ ਥੋੜੀ ਚਿੱਤ ਵੀ ਮੇਰੀ ਪੱਟ ਵੀ ਮੇਰਾ, ਰੇਟ ਵਧਾਓ ਜੀ, ਵੱਧ ਗਿਆ ਤੇ ਜੀ ਫੇਰ ਰੋਣਾ ਸ਼ੁਰੂ ਕਰ ਦਿਓ, ਰੇਟ ਵੱਧ ਗਿਆ। ਇਹ ਕੀ ਗੱਲ ਹੋਈ? ਤੁਸੀਂ ਕਿਹੜੇ ਪਾਸੇ ਗੱਲ ਕਰਨਾ ਚਾਹੁੰਦੇ ਹੋ, ਇੱਧਰ ਦੀ ਕਿ ਉੱਧਰ ਦੀ? ਨਾਲ ਇੱਧਰ ਕਿਸਾਨ ਦੀ ਕਰ ਦਿਓ, ਨਾ ਕਿ ਰੇਟ ਵੱਧ ਗਿਆ ਜੀ। ਕਿਸਾਨ ਖੁਸ਼ ਹੈ ਰੇਟ ਵਧਣ ਨਾਲ? ਦੱਸੋ। ਉਹ ਕਹਿ ਰਿਹਾ ਕਿ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ। ਮੈਨੂੰ ਕਿਹਾ ਸੀਗਾ ਤੇਰਾ ਸਵਾਲ ਤੇ ਮੁੱਕਣਾ ਨਹੀਂ ਹੈ। ਇਹ ਤੇ ਮਜਲ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ तमाम ਮੁੱਦਿਆਂ ਨਾਲ ਲੈ ਕੇ ਸੰਜੇ ਟੰਡਨ ਸੀਗੇ ਬੀਜੇਪੀ ਦੇ ਆਗੂ, तमाम ਮੁੱਦਿਆਂ ਤੇ ਗੱਲਬਾਤ ਕੀਤੀ ਹੈ, ਜਿਨ੍ਹਾਂ ਦਾ ਘਰ ਦਾ ਘਿਰਾਵ ਕਿਸਾਨਾਂ ਵੱਲੋਂ ਕੀਤਾ ਗਿਆ ਸੀਗਾ। ਤੇ ਕਹਿ ਰਹੇ ਨੇ ਕਿ ਕਾਪੀਆਂ ਜਿਹੜੀਆਂ ਨੇ ਉਹ ਸਾੜੀਆਂ ਗਈਆਂ ਨੇ। ਕਾਪੀਆਂ ਸਾੜਨ ਤੋਂ ਰਾਤ ਦਾ ਜਿਹੜਾ ਸਫ਼ਰ ਹੈ, ਦੇਖਣ ਵਾਲੀ ਗੱਲ ਹੈਗੀ ਉਹ ਕਿੰਨਾ ਲੰਬਾ ਹੈ। ਤੇ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ। ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਬਰ ਜਿਹੜੀ ਚੰਡੀਗੜ੍ਹ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।